ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਦੇ ਪਿੱਛੋਂ ਜਦ ਜਾਂਝੀ ਮੇਲ ਤੁਰ ਗਿਆ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਸਤਿਗੁਰ ਜੀ ਸਤਲੁਜ ਦਰਿਆ ਤੇ ਆਪਣੇ ਸਾਥੀਆਂ ਨਾਲ ਇਸ਼ਨਾਨ ਕਰਨ ਗਏ। ਪਾਣੀ ਵਿੱਚ ਆਮੋ ਸਾਹਮਣੇ ਛਿੱਟੇ ਮਾਰ ਕੇ ਖੇਡਣ ਵਾਸਤੇ ਸਤਿਗੁਰ ਜੀ ਨੇ ਦੋ ਟੋਲੀਆਂ ਬਣਾ ਲਈਆਂ। ਇੱਕ ਟੋਲੀ ਦੇ ਮੋਹਰੀ ਆਪ ਜੀ ਬਣੇ ਅਤੇ ਦੂਜੀ ਦੇ ਗੁਲਾਬ ਰਾਏ ਨੂੰ ਬਣਾਇਆ। ਇਸ ਤਰ੍ਹਾਂ ਜਦ ਇੱਕ ਦੂਜੇ ਨੂੰ ਹਾਰ ਦੇਣ ਵਾਸਤੇ ਇੱਕ ਦੂਜੇ ਉੱਤੇ ਪਾਣੀ ਦੇ ਛੱਟੇ ਦੋਹਾਂ ਹੱਥਾਂ ਨਾਲ ਜ਼ੋਰ-ਜ਼ੋਰ ਦੀ ਮਾਰਨ ਲੱਗੇ ਤਾਂ ਆਪ ਜੀ ਦੇ ਜ਼ੋਰ ਦੇ ਛੱਟਿਆਂ ਨਾਲ ਵਿਆਕੁਲ ਹੋ ਕੇ ਗੁਲਾਬ ਰਾਏ ਭੱਜ ਕੇ ਪਾਣੀ ਵਿੱਚੋਂ ਬਾਹਰ ਨਿਕਲ ਗਿਆ। ਬਾਹਰ ਦਰੀ ਉੱਤੇ ਜਿੱਥੇ ਸਾਰਿਆਂ ਨੇ ਕੱਪੜੇ ਉਤਾਰ ਕੇ ਰੱਖੇ ਹੋਏ ਸਨ, ਉੱਥੋਂ ਗੁਲਾਬ ਰਾਏ, ਜਿਸ ਦੀਆਂ ਅੱਖਾਂ ਪਾਣੀ ਦੀ ਮਾਰ ਨਾਲ ਚੁੰਧਿਆ ਗਈਆਂ ਸਨ, ਕਾਲੀ ਨਾਲ ਆਪਣੀ ਪੱਗ ਦੇ ਭੁਲੇਖੇ ਸਤਿਗੁਰ ਜੀ ਦੀ ਪੱਗ ਸਿਰ ਤੇ ਰੱਖ ਕੇ ਭੱਜ ਉੱਠਿਆ। ਪਿੱਛੋਂ ਸੰਘੋ ਦਾਸ ਨੇ ਭੱਜੇ ਜਾਂਦੇ ਨੂੰ ਵੇਖ ਕੇ ਉੱਚੀ ਆਵਾਜ਼ ਨਾਲ ਕਿਹਾ, ਗੁਲਾਬ ਰਾਏ, ਤੇਰੇ ਸਿਰ ਉੱਤੇ ਪੱਗ ਸਤਿਗੁਰ ਜੀ ਦੀ ਹੈ, ਤੂੰ ਆਪਣੀ ਪੱਗ ਆਣ ਕੇ ਪਛਾਣ ਲੈ ਤੇ ਸਤਿਗੁਰ ਜੀ ਦੀ ਰੱਖ ਜਾ। ਗੁਲਾਬ ਰਾਏ ਇਹ ਆਵਾਜ਼ ਸੁਣ ਕੇ ਵਾਪਸ ਆ ਗਿਆ ਅਤੇ ਜਦ ਸਤਿਗੁਰ ਜੀ ਦੀ ਪੱਗ ਆਪਣੇ ਸਿਰ ਤੋਂ ਉਤਾਰਨ ਲੱਗਾ ਤਾਂ ਸਤਿਗੁਰ ਜੀ ਨੇ ਹੱਸ ਕੇ ਆਖਿਆ, ਹੁਣ ਇਹੀ ਪੱਗ ਸਿਰੇ ਉੱਤੇ ਰਹਿਣ ਦੇ, ਉਤਾਰਨ ਦੀ ਲੋੜ ਨਹੀਂ ਹੈ। ਇੱਕ ਸਮਾਂ ਐਸਾ ਆਵੇਗਾ ਕਿ ਤੂੰ ਗੁਰਿਆਈ ਦੀ ਪੱਗ ਪ੍ਰਾਪਤ ਕਰੇਗਾ। ਹੁਣ ਇਹ ਪੱਗ ਤੇਰੇ ਹੀ ਯੋਗ ਹੈ, ਇਹ ਕਿਸੇ ਸਮੇਂ ਤੈਨੂੰ ਉੱਚੀ ਪਦਵੀ ਦੇਵੇਗੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਧੂਪ ਦੀਪ ਦੀ ਸੇਵਾ ਵਾਸਤੇ ਸਤਿਗੁਰ ਜੀ ਅਨੰਦਪੁਰ ਤਿਆਗਣ ਸਮੇਂ ਇੱਕ ਗੁਰਬਖਸ਼ ਸਾਧੂ ਨੂੰ ਛੱਡ ਗਏ ਸਨ। ਇਸ ਨੇ ਇੱਕ ਦਿਨ ਗੁਲਾਬ ਰਾਏ ਨੂੰ ਗੁਰੂ ਅਸਥਾਨ ਉੱਤੇ ਬੈਠਾ ਵੇਖ ਕੇ ਆਖਿਆ ਕਿ ਤੁਸੀਂ ਇਸ ਅਸਥਾਨ ਉੱਤੇ ਨਾ ਬੈਠਿਆ ਕਰੋ, ਇਹ ਸਤਿਕਾਰ ਕਰਨ ਯੋਗ ਹੈ, ਕਿਸੇ ਦੂਸਰੀ ਜਗ੍ਹਾ ਬੈਠ ਕੇ ਪੂਜਾ ਕਰ ਲਿਆ ਕਰੋ। ਪਰ ਗੁਰਬਖਸ਼ ਦੀ ਇਹ ਗੱਲ ਗੁਲਾਬ ਰਾਏ ਨੂੰ ਬੁਰੀ ਲੱਗੀ, ਜਿਸ ਕਰਕੇ ਉਸ ਨੂੰ ਕ੍ਰੋਧ ਨਾਲ ਆਖਿਆ ਕਿ ਤੈਨੂੰ ਇਹਨਾਂ ਗੱਲਾਂ ਦੀ ਕੀ ਖਬਰ ਹੈ, ਤੂੰ ਫਕੀਰ ਹੈ, ਪੀਰੀ ਦਾ ਤੈਨੂੰ ਕੀ ਪਤਾ ਹੈ। ਗੁਲਾਬ ਰਾਏ ਦੀ ਇਸ ਤਰਕ ਨਾਲ ਗੁਰਬਖਸ਼ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, ਤੂੰ ਸੰਤਾਨਹੀਨ ਹੀ ਕੁਝ ਦਿਨਾਂ ਵਿੱਚ ਚਲਿਆ ਜਾਏਗਾ, ਪਿੱਛੇ ਤੇਰੇ ਕੁਝ ਨਹੀਂ ਰਹੇਗਾ। ਸੋ ਐਸਾ ਹੀ ਹੋਇਆ। ਗੁਲਾਬ ਰਾਏ ਸੰਤਾਨਹੀਨ ਹੀ ਇਸ ਸੰਸਾਰ ਤੋਂ ਚਲਿਆ ਗਿਆ। ਅਨੰਦਪੁਰ ਆਪਣਾ ਵਾਰਸ ਕੋਈ ਨਾ ਛੱਡ ਕੇ ਗਿਆ। ਹੁਣ ਅਨੰਦਪੁਰ ਵਿੱਚ ਸਤਿਗੁਰ ਜੀ ਦੇ ਰੋਜ਼ ਦੀਵਾਨ ਲੱਗਦੇ ਸਨ। ਮਨੋਕਾਮਨਾ ਦੇ ਅਭਿਲਾਖੀ ਆਉਂਦੇ, ਦਰਸ਼ਨ ਕਰਦੇ, ਉਪਦੇਸ਼ ਸੁਣਦੇ ਅਤੇ ਆਪਣਾ ਜੀਵਨ ਸਫਲਾ ਕਰਦੇ ਸਨ। ਇੱਕ ਦਿਨ ਸਤਿਗੁਰ ਜੀ ਸੰਗਤਾਂ ਵਿੱਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਜਿਵੇਂ ਤਾਰਿਆਂ ਵਿੱਚ ਚੰਦ ਸੁਭਾਏਮਾਨ ਹੁੰਦਾ ਹੈ। ਇਸ ਸਮੇਂ ਇੱਕ ਕਲੰਦਰ ਰਿੱਛ ਦਾ ਤਮਾਸ਼ਾ ਕਰਨ ਵਾਲਾ ਇੱਕ ਬੜਾ ਭਾਰੀ ਰਿੱਛ ਲੈ ਕੇ ਆ ਗਿਆ। ਉਸ ਨੇ ਸਤਿਗੁਰ ਜੀ ਦੇ ਸਾਹਮਣੇ ਹੀ ਰਿੱਛ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ। ਆਮੋ ਸਾਹਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਅਤੇ ਸਤਿਗੁਰ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਦ ਕਲੰਦਰ ਰਿੱਛ ਨਾਲ ਜੱਫ ਗੜਫੀ ਹੋਇਆ ਤਾਂ ਭਾਈ ਕਿਰਤੀਆ ਸਤਿਗੁਰ ਜੀ ਦਾ ਚੌਰੀ ਬਰਾਦਰ, ਜੋ ਇਸ ਸਮੇਂ ਸਤਿਗੁਰ ਜੀ ਨੂੰ ਚੌਰ ਕਰ ਰਿਹਾ ਸੀ, ਰਿੱਛ ਨੂੰ ਵੇਖ ਕੇ ਬੜਾ ਹੱਸਿਆ ਤੇ ਕਹਿਣ ਲੱਗਾ, ਐਡਾ ਵੱਡਾ ਰਿੱਛ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ? ਇਸ ਦੇ ਕਿਹੜੇ ਪਾਪ ਕਰਕੇ ਇਹ ਗਤੀ ਹੋਈ ਹੈ? ਇਹ ਗੱਲ ਭਾਈ ਕੀਰਤੀਏ ਦੀ ਸੁਣ ਕੇ ਸਤਿਗੁਰ ਜੀ ਨੇ ਹੱਸ ਕੇ ਕਿਹਾ, ਉਹ ਕਿਰਤੀਆ, ਇਹ ਰਿੱਛ ਪਿਛਲੇ ਜਨਮ ਵਿੱਚ ਤੇਰਾ ਪਿਤਾ ਸੀ। ਇੱਕ ਵੱਡੇ ਪਾਪ ਕਰਕੇ ਇਸ ਨੇ ਰਿੱਛ ਦੀ ਜੂਨ ਪਾਈ ਹੈ। ਸਤਿਗੁਰ ਜੀ ਦਾ ਇਹ ਬਚਨ ਸੁਣ ਕੇ ਭਾਈ ਕਿਰਤੀਆ ਅਤੇ ਹੋਰ ਸਿੱਖ ਸੰਗਤ ਬੜੀ ਹੈਰਾਨ ਹੋਈ। ਭਾਈ ਕਿਰਤੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰ ਜੀਓ, ਮੇਰਾ ਪਿਤਾ ਤਾਂ ਸਦਾ ਹੀ ਆਪ ਜੀ ਦੀ ਸੇਵਾ ਕਰਦਾ ਸੀ, ਅਰਦਾਸ ਕਰਦਾ ਤੇ ਪ੍ਰਸ਼ਾਦ ਵਰਤਾਉਂਦਾ ਸੀ। ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾਂ ਸਿੱਖਾਂ ਦੀ ਕਲਿਆਣ ਹੋਈ ਹੈ, ਉਹਨਾਂ ਦੀ ਸੇਵਾ ਵੀ ਮੇਰੇ ਪਿਤਾ ਕਰਦੇ ਰਹੇ ਹਨ। ਜੇ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਦਾ ਇਹ ਫਲ ਮਿਲਿਆ ਕਿ ਮਨੁੱਖ ਤੋਂ ਰਿੱਛ ਜੂਨੀ ਪਾਈ ਹੈ, ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਂਦਰ ਜੂਨੀ ਮਿਲੇਗੀ। ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ, ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਣਾ ਹੈ ਤਾਂ ਕੋਈ ਵੀ ਸਿੱਖ ਅੱਧ ਮਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ। ਇਸ ਕਰਕੇ ਆਪ ਇਸ ਦਾ ਕਾਰਨ ਦੱਸੋ ਕਿ ਇਸ ਨੇ ਰਿੱਛ ਜੂਨ ਕਿਉਂ ਪਾਈ ਹੈ ਅਤੇ ਫਿਰ ਇਸ ਜੂਨ ਵਿੱਚੋਂ ਛੁਟਕਾਰਾ ਕਰਨ ਦੀ ਕਿਰਪਾਲਤਾ ਕਰੋ ਜੀ। ਸਤਿਗੁਰ ਜੀ ਨੇ ਫਰਮਾਇਆ, ਸੁਣ ਭਾਈ ਕਿਰਤੀਆ, ਤੇਰੇ ਪਿਤਾ ਨੇ ਇਸ ਕਾਰਨ ਇਹ ਜੂਨੀ ਪਾਈ ਹੈ ਕਿ ਇੱਕ ਦਿਨ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ, ਉਸ ਸਮੇਂ ਕੋਈ ਇੱਕ ਸਿੱਖ ਗੁੜ ਦਾ ਗੱਡਾ ਲੱਦ ਕੇ ਉੱਥੋਂ ਲੰਘ ਰਿਹਾ ਸੀ। ਉਸਨੇ ਗੁਰੂ ਜੀ ਦੀ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਦਾ ਵੇਖਿਆ ਤਾਂ ਉਹ ਅਤਿ ਸ਼ਰਧਾ ਨਾਲ, ਪ੍ਰੇਮ ਨਾਲ ਗੱਡਾ ਖੜਾ ਕਰਕੇ
ਗੁਰੂ ਕਾ ਪ੍ਰਸ਼ਾਦ ਲੈਣ ਆਇਆ ਸੀ। ਛੇਤੀ ਪ੍ਰਸ਼ਾਦ ਲੈਣ ਵਾਸਤੇ ਉਹ ਸਿੱਖ ਦੋਵੇਂ ਹੱਥ ਕਰਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ। ਸਿੱਖ ਦੇ ਮੂੰਹ ਤੇ ਦਾੜੀ ਉੱਤੇ ਰਸਤੇ ਦੀ ਬਹੁਤ ਧੂੜ ਪਈ ਹੋਈ ਸੀ। ਤੇਰੇ ਪਿਤਾ ਨੇ ਉਸ ਨੂੰ ਘ੍ਰਿਣਾ ਨਾਲ ਵੇਖ ਕੇ ਉਸ ਦੇ ਹੱਥਾਂ ਤੇ ਪ੍ਰਸ਼ਾਦ ਨਾ ਰੱਖਿਆ, ਹੋਰ ਪਾਸੇ ਵਰਤਾਉਂਦਾ ਰਿਹਾ। ਪਰ ਸਿੱਖ ਨੇ ਫੇਰ ਉਸ ਦੇ ਅੱਗੇ ਹੋ ਕੇ ਜਦ ਪ੍ਰਸ਼ਾਦ ਲੈਣ ਵਾਸਤੇ ਹੱਸ ਕੇ ਬੇਨਤੀ ਕੀਤੀ ਤਾਂ ਤੇਰੇ ਪਿਤਾ ਨੇ ਬੜੇ ਕ੍ਰੋਧ ਨਾਲ ਕਿਹਾ, ਮੂਰਖਾ, ਰਿੱਛ ਵਾਂਗੂ ਅੱਗੇ ਟੱਪਦਾ ਕਿਉਂ ਫਿਰਦਾ ਹੈ? ਪਿੱਛੇ ਹੋ ਕੇ ਖੜਾ ਰਹੋ, ਵਾਰੀ ਸਿਰ ਪ੍ਰਸ਼ਾਦ ਮਿਲ ਜਾਵੇਗਾ। ਤੇਰੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਅਤੇ ਪ੍ਰਸ਼ਾਦ ਦਾ ਇੱਕ ਕਿਣਕਾ ਪ੍ਰਿਥਵੀ ਉੱਤੋਂ ਡਿੱਗਾ ਹੋਇਆ ਚੁੱਕ ਬੜੀ ਸ਼ਰਧਾ ਨਾਲ ਮੂੰਹ 'ਚ ਪਾ ਲਿਆ ਤੇ ਵਾਹਿਗੁਰੂ ਆਖ ਕੇ ਤੇਰੇ ਪਿਤਾ ਨੂੰ ਇਉਂ ਸ਼ਰਾਪ ਦੇ ਦਿੱਤਾ, ਹੇ ਗੁਰੂ ਦੇ ਪ੍ਰਸ਼ਾਦ ਦੇ ਵਰਤਾਵੇ, ਤੈਨੂੰ ਗੁਰਸਿੱਖੀ ਦਾ ਲੇਸ ਮਾਤਰ ਵੀ ਅਸਰ ਨਹੀਂ ਹੈ। ਤੂੰ ਗੁਰੂ ਕਾ ਪ੍ਰਸ਼ਾਦ ਲੈਣ ਆਏ ਇੱਕ ਸਿੱਖ ਨੂੰ ਰਿੱਛ ਆਖਿਆ ਹੈ, ਇਸ ਕਰਕੇ ਤੈਨੂੰ ਰਿੱਛ ਜੂਨੀ ਹੀ ਪ੍ਰਾਪਤ ਹੋਵੇਗੀ। ਸਿੱਖ ਦੇ ਇਸ ਸ਼ਰਾਪ ਉਪਰੰਤ ਜਦ ਆਪਣੀ ਆਯੂ ਬਤੀਤ ਕਰਕੇ ਤੇਰੇ ਪਿਤਾ ਨੇ ਮਨੁੱਖੀ ਸਰੀਰ ਛੱਡਿਆ ਤਾਂ ਉਸ ਨੂੰ ਰਿੱਛ ਜੂਨੀ ਪ੍ਰਾਪਤ ਹੋਈ। ਉਸ ਵਕਤ ਅਜੇ ਇਹ ਛੋਟਾ ਬੱਚਾ ਹੀ ਸੀ ਕਿ ਇਸ ਕਲੰਦਰ ਨੇ ਫੜ ਲਿਆ ਅਤੇ ਤਮਾਸ਼ਾ ਕਰਕੇ ਇਸ ਨੂੰ ਆਪਣੀ ਰੋਜੀ ਦਾ ਜਰੀਆ ਬਣਾ ਲਿਆ। ਸਤਿਗੁਰੂ ਜੀ ਤੋਂ ਇਹ ਵਰਤਾਂਤ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਭਾਈ ਕਿਰਤੀਏ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਤੁਸਾਂ ਜੋ ਫਰਮਾਇਆ ਹੈ ਸਭ ਸੱਚ ਹੈ। ਇਹ ਆਪਣੇ ਸਿੱਖ ਦੀ ਇਸ ਜੂਨ ਤੋਂ ਖਲਾਸੀ ਕਰੋ। ਤੁਹਾਡਾ ਨਾਮ ਪਤਿਤ ਪਾਵਨ ਹੈ, ਜੋ ਅਨੇਕਾਂ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ। ਕਿਰਤੀਏ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ 200 ਰੁਪਏ ਦੇ ਕੇ ਕਲੰਦਰ ਤੋਂ ਰਿੱਛ ਮੁੱਲ ਲੈ ਲਿਆ। ਦੂਸਰੇ ਦਿਨ ਸਤਿਗੁਰੂ ਜੀ ਨੇ 7100 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਇਆ, ਉਸ ਪਰ ਅਰਦਾਸ ਕੀਤੀ ਅਤੇ ਫਿਰ ਥੋੜਾ ਜਿਹਾ ਆਪਣਾ ਸੀਤ ਪ੍ਰਸ਼ਾਦ ਉਸ ਰਿੱਛ ਦੇ ਮੂੰਹ ਵਿੱਚ ਪਾਇਆ, ਜਿਸ ਦੇ ਖਾਣ ਨਾਲ ਤਤਛਿਨ ਹੀ ਰਿੱਛ ਨੇ ਮਰ ਕਰਕੇ ਉੱਤਮ ਗਤੀ ਪ੍ਰਾਪਤ ਕਰ ਲਈ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।